ਜਦੋਂ ਅਸੀਂ ਰੀਅਲ ਏਸਟੇਟ ਦੀ ਗੱਲ ਕਰਦੇ ਹਾਂ ਤਾਂ ਜਵਾਬ ਘੱਟ ਸਵਾਲ ਜ਼ਿਆਦਾ ਆਉਂਦੇ ਨੇ। Money comes automatically if the client is happy. Property buying can be easy, but managing a property, it's the toughest part. ਇਨਵੈਸਟਮੈਂਟ ਦੀ ਅਸੀਂ ਗੱਲ ਕਰੀਏ ਤਾਂ ਕਮਰਸ਼ੀਅਲ ਬੈਟਰ ਹੈ ਜਾਂ ਰੈਜ਼ੀਡੈਂਸ਼ੀਅਲ? ਉਹਦੇ ਆਪਣੇ ਖਰਚੇ ਨੇ, ਉਹਦੇ ਆਪਣੀ ਲਾਇਬਿਲਿਟੀਜ਼ ਨੇ ਕਿ ਰੈਜ਼ੀਡੈਂਸ਼ੀਅਲ ਦੇ ਵਿੱਚ ਹਰ ਇੱਕ ਨੂੰ ਘਰ ਚਾਹੀਦਾ, ਕਮਰਸ਼ੀਅਲ ਹਰ ਇੱਕ ਨੂੰ ਦੁਕਾਨ ਔਰ ਆਫਿਸ ਨਹੀਂ ਚਾਹੀਦੀ ਹੈ। ਜਦੋਂ ਟੈਨੈਂਟਸ ਨੂੰ ਘਰ ਤੋਂ ਬਾਹਰ ਕੱਢਣ ਦੀ ਵਾਰੀ ਆਉਂਦੀ ਇਹ ਆਰਾਮ ਨਾਲ ਛੱਡ ਕੇ ਜਾਏਗਾ ਸਾਡਾ ਘਰ ਜਾਂ ਨਹੀਂ ਜਾਏਗਾ? ਐਵਿਕਸ਼ਨ ਦਾ ਡੈਫੀਨੇਟਲੀ ਅਸੀਂ ਮੇਕ ਸ਼ੋਰ ਕਰਦੇ ਹਾਂ ਕਿਸੇ ਦਾ ਵੀ ਨਹੀਂ ਕੋਈ ਗਾਰੰਟੀ। ਅਗਰ ਉਹਦੀ ਇੰਟੈਂਸ਼ਨ ਨਾ ਹੋਵੇ, ਤੁਹਾਡੇ ਕੋਲ ਚੋਇਸ ਨਹੀਂ ਹੈ ਤੇ ਉਹ ਘਰ ਵੀ ਲੈ ਸਕਦਾ ਹੈ। ਘਰ EMI ਤਾਂ ਅਸੀਂ ਬਹੁਤ ਵਧੀਆ ਘਰ 'ਚ ਰਹਿ ਰਹੇ ਹਾਂ, ਤੁਸੀਂ ਕੀ ਸੁਜੈਸਟ ਕਰੋਗੇ ਆਪਣਾ ਘਰ ਜਾਂ ਕਿਰਾਏ ਦਾ ਘਰ? ਘਰ ਤੇ ਤਾਂ ਹੀ ਲੈਣਾ ਚਾਹੀਦਾ ਜਦੋਂ ਤੁਸੀਂ ਕੰਫਰਟੇਬਲ ਹੋ, ਤੁਸੀਂ ਰੈਡੀ ਹੋ। ਹੋਮ ਇਨਵੈਸਟਮੈਂਟ ਹੈ ਨਾ, ਇਟਸ ਅ ਲੌਂਗ ਟਰਮ, ਉਹ ਓਵਰਨਾਈਟ ਇਨਵੈਸਟਮੈਂਟ ਨਹੀਂ ਹੈ। ਯੰਗਸਟਰਸ ਜਿਹੜੇ ਨੇ, ਯੂਥ ਜਿਹੜਾ ਹੈ ਅੱਜ ਉਸਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਸੈਟਲ ਹੋਣਾ। ਰੀਅਲ ਏਸਟੇਟ ਇਜ਼ ਨਾਟ ਅ ਓਵਰਨਾਈਟ। ਇੱਥੇ ਦੀ ਵੀ ਜਰਨੀ ਈਜ਼ੀ ਨਹੀਂ ਹੈ, ਇੱਥੇ ਬੰਦਾ ਉੱਠਦਾ ਵੀ ਹੈ ਤੇ ਗਿਰਦਾ ਵੀ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਅਪਲੰਦਰ ਸਿੰਘ ਵਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਰ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ। ਅੱਜ ਮੈਂ ਪਹੁੰਚਿਆ ਹੋਇਆ ਮੈਰੀਲੈਂਡ ਦੇ ਸੋਹਣੇ ਸ਼ਹਿਰ ਕੋਲੰਬੀਆ ਵਿੱਚ। ਜੀ ਹਾਂ, ਵਾਈਟ ਹਾਊਸ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ ਇਹ ਸ਼ਹਿਰ, ਔਰ ਕਿਤੇ ਨਾ ਕਿਤੇ ਇਸ ਸ਼ਹਿਰ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ, ਕਿਉਂਕਿ ਕੋਈ ਵੀ ਜਦੋਂ ਅਮਰੀਕਾ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਉਹਦੇ ਦਿਮਾਗ ਵਿੱਚ ਹੁੰਦਾ ਵਾਈਟ ਹਾਊਸ। ਜੀ ਹਾਂ, ਸੋ ਵਾਈਟ ਹਾਊਸ ਦੇ ਆਸ-ਪਾਸ ਕਿੰਨੀਆਂ ਓਪਰਚੁਨਿਟੀਜ਼ ਨੇ ਸਪੈਸ਼ਲੀ ਯੂਥ ਦੇ ਲਈ। ਔਰ ਅੱਜ ਸਾਡੇ ਨਾਲ ਸਿੱਖ ਹਾਈ ਫਲਾਰ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਯੰਗ ਸਿੱਖ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ, ਸਰਦਾਰ ਗੁਰਪ੍ਰੀਤ ਹੈਮੀ ਸਿੰਘ ਜੀ। ਗੁਰਪ੍ਰੀਤ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਾਡਾ ਕੀਮਤੀ ਸਮਾਂ ਦੇਣ ਦੇ ਲਈ। ਸ਼ੋਰ, ਮਾਈ ਪਲੇਜ਼ਰ। ਸੋ ਅੱਜ ਸਾਡੇ ਨਾਲ ਗੁਰਪ੍ਰੀਤ ਜੀ ਕਿਉਂ ਮੌਜੂਦ ਨੇ? ਕਿਉਂਕਿ ਪ੍ਰੈਜ਼ੀਡੈਂਟ ਨੇ ਰੀਅਲ ਏਸਟੇਟ USA ਦੇ। ਜੀ ਹਾਂ, ਰੀਅਲ ਏਸਟੇਟ ਵਿੱਚ ਹਰ ਕੋਈ ਆਉਣਾ ਚਾਹ ਰਿਹਾ ਅੱਜ ਦੇ ਦਿਨਾਂ ਵਿੱਚ, ਕਿਉਂਕਿ ਜਦੋਂ ਅਸੀਂ ਪੈਸੇ ਦੀ ਗੱਲ ਕਰਦੇ ਹਾਂ, ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਜਿਹੜਾ ਨਾਮ ਆਉਂਦਾ ਹੈ ਉਹ ਰੀਅਲ ਏਸਟੇਟ ਹੈ। ਪਰ ਜਦੋਂ ਅਸੀਂ ਯੂਥ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਯੂਥ ਦੀ ਕੀ ਸੋਚ ਹੈ, ਤਾਂ ਉਹ ਸਟਾਕ ਮਾਰਕੀਟ ਦੀ ਵੀ ਗੱਲ ਕਰਦਾ ਹੈ, ਰੀਅਲ ਏਸਟੇਟ ਦੀ ਵੀ ਗੱਲ ਕਰਦਾ ਹੈ ਤੇ ਇੱਕ ਬਿਜ਼ਨਸ ਓਪਰਚੁਨਿਟੀਜ਼ ਦੀ ਵੀ ਗੱਲ ਕਰਦਾ ਹੈ। ਪਰ ਰੀਅਲ ਏਸਟੇਟ ਕਿਸ ਤਰ੍ਹਾਂ ਲੋਕਾਂ ਨੂੰ ਬੁਲੰਦੀਆਂ 'ਤੇ ਲੈ ਕੇ ਜਾ ਸਕਦਾ ਹੈ ਔਰ ਰੀਅਲ ਏਸਟੇਟ ਵਿੱਚ ਕਿਹੜੇ ਪੋਜ਼ੀਟਿਵ ਔਰ ਨੈਗੇਟਿਵਸ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਲਈ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਹੈਮੀ ਸਿੰਘ। ਸੋ ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਜ਼ਰੂਰ ਜਾਣਨਾ ਚਾਹਾਂਗੇ ਕਿ ਰੀਅਲ ਏਸਟੇਟ ਦਾ ਕਿੰਨਾ ਤਜਰਬਾ ਤੁਸੀਂ ਆਪਣੇ ਅੰਦਰ ਸੰਜੋ ਕੇ ਬੈਠੇ ਹੋ, ਕਿਉਂਕਿ ਜਦੋਂ ਅਸੀਂ ਰੀਅਲ ਏਸਟੇਟ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਸਵਾਲ ਜਵਾਬ ਸਾਡੇ ਦਿਮਾਗ ਵਿੱਚ ਆਉਂਦੇ ਨੇ। ਜਵਾਬ ਘੱਟ ਸਵਾਲ ਜ਼ਿਆਦਾ ਆਉਂਦੇ ਨੇ, ਪਰ ਉਹਨਾਂ ਸਵਾਲਾਂ ਦਾ ਸਹੀ ਜਵਾਬ ਮਿਲਣਾ ਬਹੁਤ ਜ਼ਰੂਰੀ ਹੈ। ਸੋ ਥੋੜ੍ਹਾ ਜਿਹਾ ਆਪਣੇ ਬਾਰੇ ਸਾਨੂੰ ਦੱਸੋ। ਸੋ ਮੈਂ ਰੀਅਲ ਏਸਟੇਟ ਦੇ ਵਿੱਚ ਆਇਆ ਸੀਗਾ। ਐਕਚੁਅਲੀ ਦੈਟ ਵਾਸ ਨੈਵਰ ਆਈ ਥਾਟ ਆਫ ਆਈ ਵਿਲ ਬੀ ਇਨ ਦ ਰੀਅਲ ਏਸਟੇਟ। ਤੇ ਜਦੋਂ ਅਸੀਂ US ਮਾਈਗ੍ਰੇਟ ਹੋਏ ਸੀ, ਮੇਰੇ ਫੈਮਿਲੀ ਨਾਲ ਹੋਏ ਸੀਗੇ ਤੇ ਅਸੀਂ ਲਾਈਕ ਆਈ ਆਲਵੇਜ਼ ਵਾਸ ਕੀਨ ਆਫ ਗੈਟਿੰਗ ਇਨਟੂ ਦ ਬਿਜ਼ਨਸ। ਸਮਹਾਉ ਆਈ ਗੋਟ ਇਨ ਦ ਬਿਜ਼ਨਸ ਆਫ ਰੀਅਲ ਏਸਟੇਟ। I had no idea. They initially ਜਦੋਂ somebody, one of the agent who met us and who put us into this, and it's pre-crisis time ਦੇ ਵਿੱਚ ਅਸੀਂ around 2002-03 ਤੋਂ ਸ਼ੁਰੂ ਹੋਏ ਸੀਗੇ। And it was not something I ever thought of that I will be doing, or it was 2008-09 ਵਿੱਚ ਐਸਾ ਪੀਰੀਅਡ ਸੀ ਜਦੋਂ ਬਹੁਤ ਜ਼ਿਆਦਾ recession ਸੀ। So just right before that we started investing. We had like I said, India ਤੋਂ ਸਾਡਾ background ਸੀਗਾ, so we kind of invested some India ਤੋਂ ਆਪਣਾ finance ਲੈ ਕੇ ਤੇ ਅਸੀਂ ਜਦੋਂ start ਕੀਤਾ ਤੇ ਮੈਨੂੰ ਕੋਈ knowledge ਨਹੀਂ ਸੀ। We just heavily went into the real estate, and in that crisis we almost lost everything. And not only I lost it, I had to take a lot of stress and go through a lot of hard times to get through this the whole time we were in. So we were not guided right. So if you talk about the background, my background was like going all the way down and coming slowly back up. So when we were told okay, this is a place to be in, and we got in and we were not given the right advice, and we were really hit hard. And then those timings were the one learning timings for me, where I learned what and how to do. So that time I learned, and I got up and I got my license in around 2008. Then मैं अपना license लेता, मैं अपनी real estate practice शुरू की थी। So and by my experience and my knowledge, I taught people
how to do real estate nice the right way. ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਜਿਹੜਾ ਕੈਰੀਅਰ ਹੈਗਾ ਅਪ ਡਾਊਨਸ ਰਿਹਾ ਹੈ। ਹਾਂਜੀ ਅਪ ਦੀ ਤਾਂ ਸਾਨੂੰ ਪਤਾ ਹੈ ਕਿ ਅੱਜ ਬਹੁਤ ਅੱਛਾ ਕੈਰੀਅਰ ਹੈ, ਲੇਕਿਨ ਡਾਊਨ ਦੀ ਅਸੀਂ ਗੱਲ ਕਰੀਏ ਤਾਂ ਡਾਊਨ ਕੀ ਹੋਇਆ ਸੀ, ਕਿਸ ਤਰ੍ਹਾਂ ਦੀ ਸਟਰਗਲ ਤੁਸੀਂ ਫੇਸ ਕੀਤੀਆਂ? ਸੋ ਸਟਰਗਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਅਸੀਂ ਜਦੋਂ ਮਾਈਗ੍ਰੇਟ ਕੀਤਾ ਸੀ US ਦੇ ਵਿੱਚ, ਤੇ ਮੇਰਾ ਕਾਫੀ ਸ਼ੌਂਕ ਸੀ ਕਿ ਬਿਜ਼ਨਸ 'ਚ ਜਾਣਾ, ਕਿਉਂਕਿ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਬਿਜ਼ਨਸ ਬੈਕਗ੍ਰਾਉਂਡ 'ਚ ਸੀਗੇ ਐਂਡ ਹੀ established well and I had that idea. Of course I came here, I tried to do different things with no luck, and then when somebody told us and we were introduced by one of the real estate brokers, and unfortunately a lot of people might have to go through this or might have gone through this scenario where you didn't get the right guidance. Sometimes you get a real estate agent or broker who just wants to work for their compensation but not for the client, and that's where it makes a difference. You always have to work for your clients, not for your money. Money comes automatically if the client is happy. Bilkul. So my experience was bad. Starting experience was worst. So when I was guided by one of the broker कि भाई तुसी low property हैं ऊपर जान गया rent, everything was a disaster. First, the properties were bought highly priced, and secondly, the rents we leased out, we were not getting paid rents on time, and the tenants were the rents we were getting were way lower than actually the mortgage itself. So it was like no win-win anywhere. So ultimately, we suffered losses. We took losses. We learned lessons. We had to go through some hardships to manage that, and I guess it's called blessing in disguise. It was my turning point. When I got upset about that situation, I talked to my agent. I said, what did you got us into? And he was like, ਤੁਸੀਂ ਦੱਸ ਰਹੇ ਹੋ ਕਿ ਘਰ ਲੈਣਾ ਸੌਖਾ ਹੈ, ਲੇਕਿਨ ਉਸ ਤੋਂ ਬਾਅਦ ਜਦੋਂ ਤੁਸੀਂ ਕਿਰਾਏਦਾਰ ਰੱਖਦੇ ਹੋ, ਟੈਨੈਂਟ ਰੱਖਦੇ ਹੋ, ਤੇ ਉਹਨਾਂ ਦੀ ਆਪਣੀਆਂ ਪਰੇਸ਼ਾਨੀਆਂ ਹੁੰਦੀਆਂ। ਅਸਲੀ ਤੇ ਉਹੀ ਹੈ। See, anybody can buy a property. Property buying can be easy, but managing a property, keeping it from long term, keeping it up and for growth and managing it, it's the toughest part. क्योंकि जिस तरह अपना पंजाबी जी कहते हैं business लेना तो सौखा है, पर business चलाना is the main key. It all comes down to your managing skills. ਤੁਹਾਨੂੰ management अच्छी skills होने चाहिए, ਤੁਹਾਨੂੰ ਕੋਈ भी business चलान दे। पैसा खर्च के तो कोई भी business ले लेंदा है, लेकिन असली run करना, ਉਹਨੂੰ multiply करना, goal ਉਹਨੂੰ up higher level ਤੇ ਲੈ ਕੇ ਜਾਣਾ, that's the key thing. ਠੀਕ ਹੈ। ਹਰ ਸਟੇਟ ਜਿਹੜੀ ਹੈ ਆਪਣਾ ਆਪਣਾ ਲਾਅ ਰੱਖਦੀ ਹੈ, ਲੇਕਿਨ ਮੈਰੀਲੈਂਡ ਦੀ ਜੇਕਰ ਗੱਲ ਕਰੇ ਤਾਂ ਇੱਥੇ ਮੈਰੀਲੈਂਡ ਦੇ ਜਿਹੜੇ ਸਟੇਟ ਲਾਅਸ ਨੇ ਕੀ ਕਹਿੰਦੇ ਨੇ, ਕਿਉਂਕਿ ਫਸਟ ਕਮ ਜਿਹੜੇ ਬਾਇਰਸ ਹੁੰਦੇ, ਫਸਟ ਬਾਇਰਸ ਹੁੰਦੇ ਨੇ, ਉਹਨਾਂ ਦੇ ਲਈ ਬਹੁਤ ਜ਼ਿਆਦਾ ਕੁਝ ਫਰੀਡਮ ਵੀ ਹੁੰਦੀ ਹੈ, ਕੁਝ ਬੈਨੀਫਿਟਸ ਹੁੰਦੇ ਨੇ, ਕੁਝ ਕੰਸੈਸ਼ਨਸ ਹੁੰਦੇ ਨੇ। ਇੰਟਰਸਟ ਰੇਟ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਬੈਨੀਫਿਟਸ ਫਸਟ ਬਾਇਰ ਨੂੰ ਮਿਲਦੇ ਨੇ? ਸੋ ਮੈਰੀਲੈਂਡ ਆਫਰ ਕਰਦਾ ਫਸਟ ਟਾਈਮ ਹੋਮ ਬਾਇਰ ਕ੍ਰੈਡਿਟ। ਉਹ ਐਕਚੁਅਲੀ ਟੈਕਸ ਕ੍ਰੈਡਿਟ ਹੈ, ਉਹਨੂੰ ਟ੍ਰਾਂਸਫਰ ਕ੍ਰੈਡਿਟ ਵੀ ਕਹਿੰਦੇ ਨੇ। ਸੋ ਜਦੋਂ ਤੁਸੀਂ ਪਰਚੇਸ ਕਰਦੇ ਹੋ ਘਰ, ਜਿਸ ਤਰ੍ਹਾਂ ਤੁਸੀਂ ਕੋਈ ਵੀ ਪ੍ਰੋਡਕਟ ਬਾਏ ਕਰਦੇ ਹੋ, ਤੁਸੀਂ ਸੇਲਸ ਟੈਕਸ ਦਿੰਦੇ ਹੋ। ਸੇਮ ਥਿੰਗ ਵਿਦ ਪਰਚੇਸ ਜਦੋਂ ਤੁਸੀਂ ਘਰ ਖਰੀਦਦੇ ਹੋ, ਉਹਦੇ ਵਿੱਚ ਤੁਸੀਂ ਟ੍ਰਾਂਸਫਰ ਸਟੇਟ ਟੈਕਸ ਦਿੰਦੇ ਹੋ। ਉਹਦਾ ਕੁਝ ਪਰਸੈਂਟੇਜ ਫਰਮ ਕੁਆਟਰ ਟੂ 0.5% ਤੁਹਾਨੂੰ ਬ੍ਰੇਕ ਮਿਲਦਾ ਮੈਰੀਲੈਂਡ ਗਵਰਨਮੈਂਟ ਵੱਲੋਂ। ਦੈਟਸ ਕੰਪਲੀਟਲੀ ਦਾ ਮੈਰੀਲੈਂਡ ਸਟੇਟ ਕ੍ਰੈਡਿਟ। ਠੀਕ ਹੈ। ਹੁਣ ਜਿਹੜੇ ਐਡੀਸ਼ਨਲ ਕ੍ਰੈਡਿਟਸ ਮਿਲਦੇ ਨੇ, ਕਈ ਵਾਰੀ ਇਨਸੈਂਟਿਵ, ਇਟ ਆਲ ਡਿਪੈਂਡਸ ਬਾय द बैंक, और समटाइम कोई फेडरल लोन प्रोग्राम्स हों या कोई काउंटी के प्रोग्राम हों। मैरीलैंड भी मैनी काउंटीज़ हैगियां ने। कोई काउंटी ऑफर कर दी है कि 8,000 साडी काउंटी च मूव करो, असीं देवांगे। कोई काउंटी घट कर दी है। कई बैंक होंदे ने कहंदे ने साडे कोल अकाउंट खोलो तो तुहानूं असीं 5,000 क्लोजिंग क्रेडिट दांगे। सो वो सब वेरीएशन होंदा है इंडिविजुअल एंड द लैंडर्स उत्ते, बट मैरीलैंड ओनली ऑफर उसी रिटर्न करना होंदा या नहीं करना होंदा? नहीं करना होंदा रिटर्न। ठीक है। वो नहीं रिटर्न, वो एज ਤੁਹਾਨੂੰ ਗਿਫਟ ਮਿਲ ਰਿਹਾ। हाँ जी, वो गिफ्ट ही मिलता है। हाँ जी, वो it's all part of your closing cost. So that's one thing you get. And first time home buyer ਲਈ ਸਪੈਸ਼ਲੀ ਜਦੋਂ ਤੁਸੀਂ ਓਨਰ ਆਕੂਪਾਈਡ ਲੈਂਦੇ ਹੋ, ਤੇ ਉਹਦੇ ਲਈ very low minimum down payment program ਨੇ, anywhere from like 0%, you might still get 0%, but generally 3.5%, 5%, FHA loan program, conventional loan program, ਕਈ loan program ਹੁੰਦੇ ਨੇ ਜਿਹੜੇ ਉਹ ਅੱਜ ਕੱਲ੍ਹ ਫਸਟ ਟਾਈਮ ਬਾਇਰ ਨੂੰ ਮਿਲ ਜਾਂਦੇ ਨੇ। ਸੋ ਇਨ ਐਡੀਸ਼ਨ ਟੂ ਲੋਅਰ ਇੰਟਰਸਟ ਰੇਟ, ਤੁਹਾਨੂੰ ਫਸਟ ਟਾਈਮ ਬਾਇਰਸ ਨੂੰ, ਇਫ ਯੂ ਹੈਵ ਅ ਵੈਰੀ ਗੁੱਡ ਕ੍ਰੈਡਿਟ, ਰਾਈਟ, ਦੈਟ ਯੂ ਗੈਟ ਅ ਵੈਰੀ ਲੋ ਇੰਟਰਸਟ ਰੇਟ। ਤੁਹਾਨੂੰ ਲੋ ਇੰਟਰਸਟ ਰੇਟ ਕਾਫੀ ਮਿਲ ਜਾਏਗਾ। ਤੇ ਪਲੱਸ ਤੁਹਾਡੀ ਬੇਸਿਕਲੀ ਲੈਂਡਰ ਕਾਊਂਟ ਕਰਦਾ ਹੈ ਡੈਟ ਟੂ ਇਨਕਮ ਰੇਸ਼ੀਓ, ਇਟਸ DTI, ਤੁਹਾਡੀ ਐਸੈਟਸ ਐਂਡ ਲਾਇਬਿਲਿਟੀ। ਤੁਹਾਡਾ ਡੈਟ ਜਿੰਨਾ ਲੋ ਹੋਏਗਾ, ਰੇਸ਼ੀਓ ਉਨਾ ਹਾਈ ਹੋਏਗਾ ਇਨਕਮ ਦਾ, ਤੇ ਤੁਹਾਡਾ ਇੰਟਰਸਟ ਰੇਟ ਔਰ ਤੁਹਾਨੂੰ ਕਲੋਜ਼ਿੰਗ ਕਾਸਟ ਉਨਾ ਹੀ ਬੈਨੀਫਿਟ ਹੁੰਦਾ। बिल्कुल ठीक है। पर इन्वेस्टमेंट की ਅਸੀਂ ਗੱਲ ਕਰੀਏ ਤਾਂ कमर्शियल बेटर है या रेजिडेंशियल?
ਦੇ ਬੋਥ ਉਹਨਾਂ ਦੇ ਆਪਣੇ ਹੀ ਪ੍ਰੋਜ਼ ਐਂਡ ਕੌਨਸ ਦੋਨੋਂ ਦੇ ਹੈਗੇ ਜੀ। ਕਮਰਸ਼ੀਅਲ ਸਾਈਡ ਇਜ਼ ਸੋਲੀ ਇਫ ਯੂ ਅਗਰ ਤੁਸੀਂ full fledged commercial ਜਾਂ corporate level ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ you are very well experienced or you have a abundant funds ਮਤਲਬ ਤੁਹਾਡੇ ਕੋਲ ਬਹੁਤ ਜ਼ਿਆਦਾ funds available ਨੇ then commercial can be a very good play for this ਰਹੀ ਗੱਲ ਜਿਹੜੀ residential ਦੀ residential starting ਲਈ as a individual investor residential is always good idea to start as an investment ਠੀਕ ਹੈ ਪਰ ਲੇਕਿਨ ਜਦੋਂ ਅਸੀਂ ਕਮਰਸ਼ੀਅਲ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਿਹੜੇ ਪ੍ਰੋਜ਼ ਐਂਡ ਕੌਨਸ ਨੇ ਕਮਰਸ਼ੀਅਲ ਦੇ ਵਿੱਚ ਦੇਖੋ ਇੱਕ ਤੇ ਵੈਕੈਂਸੀ ਰੇਟ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿਉਂਕਿ ਕਮਰਸ਼ੀਅਲ ਬਿਲਡਿੰਗਸ ਜਾਂ ਕਮਰਸ਼ੀਅਲ ਸ਼ਾਪਿੰਗ ਸੈਂਟਰਸ ਹੁੰਦੇ ਨੇ ਉਹਨਾਂ ਦੇ ਵੈਕੈਂਸੀ ਰੇਟਸ ਹਾਈ ਹੁੰਦੇ ਨੇ ਇਨ ਜਨਰਲ ਕੰਪੇਅਰ ਟੂ ਦ ਰੈਜ਼ੀਡੈਂਸ਼ੀਅਲ ਕਿਉਂਕਿ ਰੈਜ਼ੀਡੈਂਸ਼ੀਅਲ ਦੇ ਵਿੱਚ ਹਰ ਇੱਕ ਨੂੰ ਘਰ ਚਾਹੀਦਾ ਕਮਰਸ਼ੀਅਲ 'ਚ ਹਰ ਇੱਕ ਨੂੰ ਦੁਕਾਨ ਔਰ ਆਫਿਸ ਨਹੀਂ ਚਾਹੀਦੀ ਹੈ ਜੀ ਸੋ ਦੈਟਸ ਅ ਕੀ ਥਿੰਗ ਸੈਕੰਡਲੀ ਆਫ ਕੋਰਸ ਦ ਵੈਲਿਊ ਜਿਹੜੀਆਂ ਹਾਈ ਹੁੰਦੀਆਂ ਨੇ ਕਮਰਸ਼ੀਅਲ ਪ੍ਰਾਪਰਟੀ ਦੀ ਤੇ ਤੁਹਾਡੀ ਰਿਕੁਆਇਰ ਵੀ ਡਾਊਨ ਪੇਮੈਂਟ ਬਹੁਤ ਹਾਈ ਹੁੰਦੀ ਹੈ ਜੀ ਠੀਕ ਹੈ ਥਰਡ ਉਹਨਾਂ ਦੇ you have to know ਉਹਨਾਂ ਦੇ ਟੈਕਸ ਦੇ ਕੰਪਲਿਕੇਸ਼ਨਸ ਕੀ ਨੇ ਤੇ ਤੁਹਾਨੂੰ ਕਾਰਪੋਰੇਟ ਲਾਜ਼ ਨਾਲ ਜਾਂ ਕਾਰਪੋਰੇਟ ਮਾਰਕੀਟ ਨਾਲ ਕਿਵੇਂ ਚੱਲਣਾ ਹੈ ਕਿੰਨੀ ਕੀ ਕੰਪੀਟੀਸ਼ਨ ਹੈ ਸੋ ਉਹ ਥੋੜਾ ਨੈਕਸਟ ਲੈਵਲ ਤੇ ਚੱਲਦਾ ਹੈਗਾ ਕਮਰਸ਼ੀਅਲ ਨਾਓ ਕਮਿੰਗ ਟੂ ਰੀਅਲ ਰੈਜ਼ੀਡੈਂਸ਼ੀਅਲ ਇਟਸ ਨਾਟ all good or easy residential ਦੇ ਆਪਣੇ pros and cons ਨੇ pros ਹੈਗੇ ਨੇ ਕਿ ਤੁਸੀਂ ਇਨਵੈਸਟ ਕਰ ਰਹੇ ਹੋ ਰਿਟਰਨ ਲਈ ਇਨਵੈਸਟ ਕਰ ਰਹੇ ਹੋ ਤੁਹਾਡੇ ਟੈਨੈਂਟ ਨੇ ਸਭ ਨੂੰ ਘਰ ਰਹਿਣਾ ਸਭ ਨੂੰ ਚਾਹੀਦਾ ਹੈਗਾ ਪਰ ਉਹਦੇ ਆਪਣੇ ਖਰਚੇ ਨੇ ਉਹਦੇ ਆਪਣੀ ਲਾਇਬਿਲਿਟੀਜ਼ ਨੇ ਉਹਦੇ ਆਪਣੇ ਲਾਇਸੈਂਸ ਨੇ ਆਪਣੀ ਤੁਹਾਡੀਆਂ ਰਿਕੁਆਇਰਮੈਂਟ ਨੇ ਟੂ ਰੈਂਟ ਦ ਪਲੇਸ ਸੋ ਦੇ ਬੋਥ ਹੈਵ देयर ਓਨ pros and cons ਠੀਕ ਹੈ ਪਰ ਇੱਥੇ ਇੱਕ ਬੜਾ ਜਿਹੜਾ ਮੇਜਰ ਸਵਾਲ ਹੈ ਜਿਹੜਾ ਸਾਡਾ ਤੁਸੀਂ ਸਟਾਰਟਿੰਗ ਤੇ ਵੀ ਟੱਚ ਕੀਤਾ ਸੀ ਜਦੋਂ ਟੈਨੈਂਟਸ ਨੂੰ ਬਾਈ ਕਰਨ ਦੀ ਵਾਰੀ ਆਉਂਦੀ ਹੈ ਘਰ ਤੋਂ ਬਾਹਰ ਕੱਢਣ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਸਾਰੀਆਂ ਕਈ ਵਾਰੀ ਅੜਚਨਾਂ ਸਾਹਮਣੇ ਆਉਂਦੀਆਂ ਤਾਂ ਉਹਨਾਂ ਰੁਕਾਵਟਾਂ ਨੂੰ ਕਿਵੇਂ ਪਹਿਲਾਂ ਹੀ ਅਸੀਂ ਰੋਕ ਸਕਦੇ ਹਾਂ ਵੈਲ ਕਿਉਂਕਿ ਹਰ ਇੱਕ ਦੇ ਚਿਹਰੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਆਰਾਮ ਨਾਲ ਛੱਡ ਕੇ ਜਾਏਗਾ ਸਾਡਾ ਘਰ ਜਾਂ ਨਹੀਂ ਜਾਏਗਾ ਇਟਸ ਐਕਚੁਅਲੀ ਵੈਰੀ ਗੁੱਡ ਕੁਐਸਚਨ ਐਂਡ ਇਟਸ ਵੈਰੀ ਚੈਲੰਜਿੰਗ ਨਹੀਂ ਕਿਸੇ ਦਾ ਵੀ ਨਹੀਂ ਕੋਈ ਗਾਰੰਟੀ ਕਿਉਂਕਿ ਬੈਸਟ ਤੋਂ ਬੈਸਟ ਬੰਦਾ ਵੀ ਜਿਹੜਾ ਬਹੁਤ ਅੱਛੀ ਇਨਕਮ ਕਰ ਰਿਹਾ ਵਾਟ ਇਫ ਹੀ ਲੂਜ਼ਸ ਜੌਬ ਅਗਰ ਉਹਦੀ ਇੰਟੈਂਸ਼ਨ ਨਾ ਹੋਵੇ ਰੈਂਟ ਨਾ ਦੇਣ ਦੀ ਤਾਂ ਵੀ ਉਹ ਨਹੀਂ ਦੇ ਸਕੇਗਾ ਤੇ ਫਿਰ ਤੁਹਾਡੇ ਕੋਲ ਚੋਇਸ ਨਹੀਂ ਹੈ ਨਾਓ ਔਰ ਰਹੀ ਗੱਲ ਕੋਈ ਖਰਾਬ ਟੈਨੈਂਟ ਹੁਣ ਕਈ ਵਾਰੀ ਤੁਹਾਨੂੰ ਐਕਸਪੀਰੀਅੰਸ ਅੱਛੇ ਤੁਸੀਂ ਪੂਰਾ ਸਰਚ ਕਰਦੇ ਹੋ ਸੋ ਦ ਬੈਸਟ ਵੇ ਟੂ ਡੂ ਫਸਟ ਆਫ ਆਲ ਆਈ ਵੁੱਡ ਸੇ ਕਿ ਟੈਨੈਂਟ ਸਕਰੀਨਿੰਗ ਬੜੀ ਜ਼ਰੂਰੀ ਹੈ ਜਿਹੜੀ ਕਿ ਤੁਸੀਂ ਉਹਨਾਂ ਦੇ ਬੈਕਗਰਾਊਂਡਸ ਉਹਨਾਂ ਦੇ eviction ਉਹਨਾਂ ਦੀ ਇਨਕਮ ਸਾਰਾ ਐਕਸਪੈਂਸਸ ਤੁਸੀਂ ਪ੍ਰੋਫਾਈਲ ਚੈੱਕ ਕਰਦੇ ਆ ਇਨਕਮ ਅਸੀਂ ਜਨਰਲੀ ਕੰਸੀਡਰ ਕਰਦੇ ਆ ਐਨੀਵੇਅਰ ਅਰਾਊਂਡ 30% ਟੂ 40% ਤੋਂ ਜ਼ਿਆਦਾ ਐਕਸਪੈਂਸ ਨਹੀਂ ਹੋਣਾ ਚਾਹੀਦਾ ਵਿਚ ਇਜ਼ ਪ੍ਰੀਟੀ ਮਚ ਅ ਸੇਮ ਮੌਰਗੇਜ ਫਾਰਮੂਲਾ 30 ਟੂ 40% ਜਿਹੜਾ ਐਕਸਪੈਂਸ ਹੈ ਜਾਂ ਘਰ ਦੀ ਜਿਹੜਾ ਰੈਂਟ ਹੈ ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ ਆਫ ਦਾ ਇਨਕਮ ਸੋ ਲੈਟਸ ਸੀ ਇਫ ਸਮਬਡੀ ਇਜ਼ ਮੇਕਿੰਗ $10,000 a month ਉਹਦਾ 3,500 ਤੋਂ ਜ਼ਿਆਦਾ ਰੈਂਟ ਨਹੀਂ ਹੋਣਾ ਚਾਹੀਦਾ ਜੀ that's one way to check income second is credit scores ਅੱਛੇ ਹੋਣ is always good idea but there is always a challenge with the credit score ਅਗਰ ਕਿਸੇ ਦਾ credit score ਬਹੁਤ ਵਧੀਆ ਹੁੰਦਾ ਤੇ ਉਹ ਘਰ ਵੀ ਲੈ ਸਕਦਾ ਰਾਈਟ why he is buying why he is renting ਹੈ ਨਾ ਉਹ ਰੈਂਟ ਇਸ ਲਈ ਕਰ ਰਿਹਾ ਕਿ ਉਹ ਕੁਆਲੀਫਾਈ ਨਹੀਂ ਹੋ ਰਿਹਾ ਸੋ ਸਾਨੂੰ ਕਈ ਵਾਰੀ ਅਸੀਂ ਉਹ ਕੰਸੀਡਰ ਕਰਦੇ ਹਾਂ ਐਜ਼ ਐਨ ਅਪੋਰਚੁਨਿਟੀ ਕਿਉਂਕਿ ਉਹਦੀਆਂ ਇਨਕਮ ਅੱਛੀ ਹੈ ਉਹਦਾ ਬੈਕਗਰਾਊਂਡ ਅੱਛਾ ਹੈ ਉਹਦਾ ਕ੍ਰੈਡਿਟ ਸਕੋਰ ਥੋੜਾ ਜਿਹਾ low hai we work with that's second thing third thing background zarur clear hona chahiye rental verification ਅਸੀਂ make sure ਕਰਦੇ ਹਾਂ ਕਿ ਜਿੱਥੇ ਉਹ past rents ਜਿੱਥੇ ਰਿਹਾ past ਜਗ੍ਹਾਵਾਂ ਤੇ ਉੱਥੇ ਦਾ ਉਹਦਾ ਸਾਰਾ ਉਹਦਾ ਰਹਿਣਾ ਪੂਰਾ ਉਹਦਾ ਹਿਸਟਰੀ ਰੈਕੋਰਡ ਵਗੈਰਾ ਫਰਮ ਕੀਪਿੰਗ ਅਪ ਦ ਪ੍ਰਾਪਰਟੀ ਪੇਇੰਗ ਰੈਂਟ ਔਨ ਦ ਟਾਈਮ ਉਹ ਸਭ ਚੀਜ਼ਾਂ ਉਹਨੂੰ ਅਪ ਟੂ ਡੇਟ ਹੋਣੀਆਂ ਚਾਹੀਦੀਆਂ ਨੇ ਅਗਰ ਉਹ ਸਾਰੀ ਮੀਟ ਕਰਦੀਆਂ ਕ੍ਰਾਈਟੇਰੀਆ ਦੈਨ ਵੀ ਆਰ ਗੁੱਡ ਐਂਡ ਲਾਸਟਲੀ ਆਈ ਸੈਡ ਅਬਾਊਟ eviction ਦਾ ਡੈਫੀਨੇਟਲੀ ਅਸੀਂ ਮੇਕ ਸ਼ੋਰ ਕਰਦੇ ਹਾਂ ਕੋਈ eviction ਰੈਕੋਰਡ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਪਰ ਨਾਲ ਦੇ ਨਾਲ ਹੀ ਇਹ ਕਹਿਣਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਕਈ ਲੋਕੀ ਇਹ ਸੋਚਦੇ ਨੇ ਕਿ ਸਾਨੂੰ ਨਾ ਆਪਣਾ ਘਰ ਲੈਣ ਦੀ ਕੀ ਜ਼ਰੂਰਤ ਅਸੀਂ ਕਿਉਂ ਇਨਵੈਸਟ ਕਰੀ ਇੰਨਾ ਵੱਡਾ ਪੈਸਾ ਕਿਉਂਕਿ ਇਹ ਪੈਸਾ ਅਸੀਂ ਸਟਾਕ ਮਾਰਕੀਟ 'ਚ ਲਗਾ ਦਈਏ ਕਿਤੇ ਹੋਰ ਅਸੀਂ ਇਨਵੈਸਟ ਕਰ ਦਈਏ ਕਿਉਂ ਅਸੀਂ ਘਰ 'ਤੇ ਖਰਚ ਕਰਨਾ ਅਸੀਂ ਰੈਂਟ 'ਤੇ ਬਹੁਤ ਅੱਛੀ ਜਗ੍ਹਾ ਨੂੰ ਅਫੋਰਡ ਕਰ ਪਾ ਰਹੇ ਹਾਂ ਤਾਂ ਅਸੀਂ ਕਰ ਪਾ ਰਹੇ ਹਾਂ ਕਿਉਂਕਿ ਸਾਨੂੰ ਜਦੋਂ ਅਸੀਂ ਕਹਿ ਲਓ ਕਿ $500,000 ਆਫ $1 million ਹੀ ਖਰਚ ਕਰਦਾ ਤਾਂ ਡੈਫੀਨੇਟਲੀ ਗੱਲ ਆ ਸਾਡੀ ਉਹਦੀ ਜਿਹੜੀਆਂ EMIs ਹੁੰਦੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਔਰ ਉਸ ਤੋਂ ਘੱਟ EMI ਤਾਂ ਅਸੀਂ ਬਹੁਤ ਵਧੀਆ ਘਰ 'ਚ ਰਹਿ ਰਹੇ ਹਾਂ ਤਾਂ ਤੁਸੀਂ ਕੀ ਸੁਜੈਸਟ ਕਰੋਗੇ ਆਪਣਾ ਘਰ ਜਾਂ ਕਿਰਾਏ ਦਾ ਘਰ ਸੀ ਐਜ਼ ਅ ਗਰੋਥ ਪ੍ਰੋਸਪੈਕਟ ਇਟਸ ਆਪਣਾ ਘਰ ਹੀ ਵਧੀਆ ਰਹਿੰਦਾ ਹੈਗਾ ਅਗਰ ਤੁਸੀਂ ਗਰੋ ਕਰਨਾ ਹੈ ਰੀਅਲ ਏਸਟੇਟ ਖਾਲੀ ਛਾਤੀ ਨਹੀਂ ਕੰਸੀਡਰ ਹੁੰਦੀ ਇਟਸ ਆਲਸੋ ਗਰੋਇੰਗ ਬਿਲਡਿੰਗ ਅ ਵੈਲਥ ਤੁਹਾਡੀ ਵੈਲਥ ਜਨਰੇਸ਼ਨ ਹੈ ਤੁਹਾਡੀ ਫੈਮਿਲੀ ਸੇਫ ਹੈ ਰੈਂਟ ਦੀ ਕੋਈ ਸ਼ੋਰਟੀ ਨਹੀਂ ਹੁੰਦੀ 1 ਸਾਲ ਰਹੋਗੇ 2 ਸਾਲ 3 ਸਾਲ ਰਹੋਗੇ ਮੂਵ ਕਰੋਗੇ ਜਾਂ ਲੈਂਡਲੋਰਡ ਨੇ ਘਰ ਵੇਚਣਾ ਹੋਏ ਲੈਂਡਲੋਰਡ ਨਾਲ ਗੱਲਬਾਤ ਸਹੀ ਹੋਵੇ ਚੰਗੀ ਹੋਵੇ ਉਹ ਚੈਲੰਜਸ ਨੇ
ਕੋਈ ਰੈਂਟਲ ਲਾਜ਼ ਡਿਫਰੈਂਟ ਹੋ ਜਾਂਦੇ ਨੇ ਕਈ ਵਾਰੀ, ਉਹ ਚੈਲੰਜਸ ਨੇ। ਸੋ ਆਪਣਾ ਘਰ ਇਜ਼ ਫਰਸਟ ਥਿੰਗ ਮੈਂ ਪ੍ਰੈਫਰ ਕਰਦਾ ਵਾਂ ਕਿ ਹਰ ਬੰਦੇ ਨੂੰ ਹੈ ਮੈਂ ਹੋਣਾ ਚਾਹੀਦਾ ਆਪਣਾ ਘਰ। ਯੈਸ ਰਿਕਮੈਂਡ ਕਰਾਂਗਾ ਆਪਣਾ ਘਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਸੇਫਟੀ ਹੈ, ਉਹਦੇ ਬੈਨੀਫਿਟਸ ਬੜੇ ਨੇ ਵਿਚ ਆਈ ਕੈਨ ਆਲਵੇਜ਼ ਨੇਮ ਕਿ ਫਰੋਮ ਤੁਹਾਨੂੰ ਇਨਫਲੇਸ਼ਨ ਦੇ ਅਗੇਂਸਟ ਹੈਜ ਹੁੰਦਾ ਆਪਣਾ ਘਰ, ਜਿਸ ਤਰ੍ਹਾਂ ਇਨਫਲੇਸ਼ਨ ਵੱਧ ਰਹੀ ਹੈ, ਠੀਕ ਹੈ, ਤੁਹਾਨੂੰ ਟੈਕਸ ਡਿਡਕਸ਼ਨਸ ਮਿਲਦੇ ਨੇ, ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ, ਦੇयर ਇਜ਼ ਲੋਟ ਆਫ ਬੈਨੀਫਿਟਸ ਤੁਸੀਂ ਲੈ ਸਕਦੇ ਹੋ ਆਪਣੇ ਘਰ ਹੋਣ ਦੇ ਵਰਸਸ ਰੈਂਟ ਤੇ ਤੁਸੀਂ ਇਹ ਸਭ ਬੈਨੀਫਿਟਸ ਨਹੀਂ ਲੈ ਸਕਦੇ। ਪਲੱਸ ਰੈਂਟ ਦੇ ਵਿੱਚ ਤੁਹਾਡੇ ਕੋਲ ਸਮ ਨੰਬਰ 1 ਚੀਜ਼ ਹੈ, ਆਪਣਾ ਘਰ ਇਜ਼ ਐਨ ਐਸੈਟ। ਐਸੈਟ ਇਜ਼ ਵੈਰੀ ਇੰਪੋਰਟੈਂਟ ਫॉर द ग्रोथ ऑफ सक्सेस। जी इंटरेस्ट रेट की गल करिए तो क्योंकि अज असी 2024 बैठे हाँ जी, पिछले कुछ सालों की गल करिए तो इंटरेस्ट रेट काफ़ी डाउन गया सी, लेकिन अज के जरिए बहुत ज़्यादा उपर हैगा इंटरेस्ट रेट। की आने वाला समा सही रहेगा या अज का समा सही है किसी ਨੂੰ अगर घर परचेज करना ਤਾਂ? ਐਕਚੁਅਲੀ ਇਨ ਜਨਰਲ ਓਪੀਨੀਅਨ ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ ਘਰ ਲੈਣ ਲਈ। ਘਰ ਤੇ ਤਾਂ ਹੀ ਲੈਣਾ ਚਾਹੀਦਾ ਜਦੋਂ ਤੁਸੀਂ ਕੰਫਰਟੇਬਲ ਹੋ, ਤੁਸੀਂ ਰੈਡੀ ਹੋ, ਤੁਸੀਂ ਅਫੋਰਡ ਕਰ ਸਕਦੇ ਹੋ, ਉਹ ਸਹੀ ਟਾਈਮ ਹੁੰਦਾ। ਕਿਉਂਕਿ ਕਈ ਲੋਕ ਨਾ ਵੇਟ ਕਰਦੇ ਰਹਿੰਦੇ ਆ ਕਿ ਥੋੜਾ ਜਿਹਾ ਇੰਟਰਸਟ ਰੇਟ ਘਟ ਆਏਗਾ ਤਾਂ ਅਸੀਂ ਲਵਾਂਗੇ। ਨਹੀਂ, ਮੈਂ ਰਿਕਮੈਂਡ ਨਹੀਂ ਕਰਾਂਗਾ ਕਦੇ ਵੀ ਵੇਟ ਕਰਨ ਦਾ। ਘਰ ਹਮੇਸ਼ਾ is actually an important part of the life। this season ਤੁਹਾਨੂੰ ਲੈਣੀ ਚਾਹੀਦੀ, ਜਿੰਨੀ ਜਲਦੀ ਹੋ ਸਕਦਾ ਘਰ ਲੈਣਾ ਚਾਹੀਦਾ ਹੈਗਾ, ਕਿਉਂਕਿ ਇੰਟਰਸਟ ਰੇਟ ਫਲਕਚੁਏਟ ਹੁੰਦੇ ਨੇ, ਵੈਲਿਊਜ਼ ਫਲਕਚੁਏਟ ਹੁੰਦੀਆਂ ਨੇ। ਘਰ ਇਜ਼ ਜਿਹੜੀ ਹੋਮ ਇਨਵੈਸਟਮੈਂਟ ਹੈ ਨਾ, ਇਟਸ ਅ ਲੌਂਗ ਟਰਮ, ਉਹ ਓਵਰਨਾਈਟ ਇਨਵੈਸਟਮੈਂਟ ਨਹੀਂ ਹੈਗੀ ਹੈ। ਇਹਨੂੰ ਲੌਂਗ ਟਰਮ 'ਚ ਦੇਖਣਾ ਪੈਂਦਾ, 5 ਸਾਲ 10 ਸਾਲ 20 ਸਾਲ। ਐਟ ਦ ਐਂਡ ਇਟਸ ਆਲਵੇਜ਼ ਪੋਜ਼ਿਟਿਵ ਇਨ ਮਾਈ ਓਪੀਨੀਅਨ। ਠੀਕ ਹੈ, ਅਗਰ ਕਿਸੇ ਨੇ 30 ਈਅਰਸ ਦਾ ਲੋਨ ਲਿੱਤਾ ਵੀ ਹੈ ਪਰ ਉਹ ਚਾਹੁੰਦਾ ਕਿ ਮੈਂ 30 ਈਅਰਸ ਦਾ ਲੈ ਤਾਂ ਲਿਆ, ਹੁਣ ਮੈਂ ਇਸ ਨੂੰ ਜਲਦੀ ਵਾਈਂਡ ਅਪ ਕਰਨਾ ਹੈ, ਜਲਦੀ ਆਪਣੇ ਸਿਰ ਤੋਂ ਲੋਨ ਖਤਮ ਕਰਨਾ ਹੈ, ਤਾਂ ਕੀ ਈਜ਼ੀ ਵੇ ਹੈ? ਵੈਲ, ਐਕਸਟਰਾ ਪ੍ਰਿੰਸੀਪਲ ਪੇ ਡਾਊਨ ਕਰੋ। one way to easy way ਹੈ, ਰੀਫਾਈਨੈਂਸ ਕਰਾ ਲਓ, 15 ਈਅਰ ਇਜ਼ ਐਨ ਆਪਸ਼ਨ। ਤੇ ਜਿੰਨਾ ਪ੍ਰਿੰਸੀਪਲ ਤੁਸੀਂ ਪੇ ਡਾਊਨ ਕਰ ਸਕਦੇ ਹੋ ਜਲਦੀ ਤੋਂ ਜਲਦੀ ਐਡੀਸ਼ਨਲ, ਉਹ ਤੁਹਾਡਾ ਲੋਨ ਜਲਦੀ ਪੇ ਆਫ ਹੋ ਜਾਂਦਾ ਹੈਗਾ। ਬਿਲਕੁਲ ਠੀਕ ਹੈ। ਹੁਣ ਇੱਥੇ ਅਸੀਂ ਗੱਲ ਕਰਾਂਗੇ ਕ੍ਰੈਡਿਟ ਸਕੋਰ ਦੀ, ਕਿਉਂਕਿ ਤੁਸੀਂ ਕਿਹਾ ਸੀਗਾ ਕ੍ਰੈਡਿਟ ਸਕੋਰ ਵੀ ਜਿੰਨਾ ਅੱਛਾ ਹੋਏਗਾ ਤੁਹਾਨੂੰ ਅੱਛਾ ਉਹਨਾਂ ਲੋਨ ਮਿਲ ਸਕਦਾ, ਉਹਦੀ ਤੁਹਾਨੂੰ ਡਾਊਨ ਪੇਮੈਂਟ ਘੱਟ ਕਰਨੀ ਪਏਗੀ। ਕਿਸ ਤਰ੍ਹਾਂ ਕ੍ਰੈਡਿਟ ਸਕੋਰ ਨੂੰ ਬੈਟਰ ਕੀਤਾ ਜਾ ਸਕਦਾ? ਉਹੀ ਅਲਟੀਮੇਟਲੀ ਕ੍ਰੈਡਿਟ ਸਕੋਰ ਨੂੰ ਬੈਟਰ ਕਰਨ ਲਈ ਬੜੀਆਂ ਚੀਜ਼ਾਂ ਨੇ। ਆਫ ਕੋਰਸ ਤੁਹਾਨੂੰ ਹਰ ਆਪਣੀ ਪੇਮੈਂਟਸ ਔਨ ਟਾਈਮ ਕਰਨੀਆਂ ਚਾਹੀਦੀਆਂ ਨੇ, ਚਾਹੇ ਉਹ ਕ੍ਰੈਡਿਟ ਕਾਰਡ ਹੋਣ, ਚਾਹੇ ਤੁਹਾਡੇ ਫੋਨ ਬਿੱਲ ਹੋਣ, ਕਾਰ ਬਿਲਸ ਹੋਣ। ਪਲੱਸ ਤੁਸੀਂ ਘੱਟੋ ਘੱਟ ਉਹਦਾ ਡੈਟ ਲੈਵਲ ਲੋ ਰੱਖੋ। ਜਿਸ ਤਰ੍ਹਾਂ ਕ੍ਰੈਡਿਟ ਕਾਰਡ ਦੀ ਤੁਹਾਡੀ ਲਿਮਿਟ ਹੈ 10,000, ਤੁਹਾਨੂੰ ਪੂਰੀ ਨਹੀਂ ਯੂਜ਼ ਕਰਨੀ ਚਾਹੀਦੀ, ਤੁਹਾਨੂੰ 1000-2000 ਤੱਕ ਹੀ ਰਹਿਣਾ ਚਾਹੀਦਾ, ਮੇ ਬੀ 3000, ਦੈਟਸ ਵਨ ਵੇ, ਯਾਨੀ ਕਿ 30% ਤੱਕ। ਹਾਂਜੀ, ਉਹ ਠੀਕ ਰਹਿੰਦਾ ਹੈ। ਬਹੁਤ ਜ਼ਿਆਦਾ ਕ੍ਰੈਡਿਟ ਲਾਈਨਸ ਨਹੀਂ ਖੋਲ੍ਹਣੀਆਂ ਚਾਹੀਦੀਆਂ ਨੇ, ਲਿਮਿਟਿਡ ਹੀ ਰੱਖਣਾ ਚਾਹੀਦਾ। ਤੁਸੀਂ ਕ੍ਰੈਡਿਟ ਲਾਈਨਸ ਮੀਨਸ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਬਹੁਤ ਜ਼ਿਆਦਾ ਕ੍ਰੈਡਿਟ ਕਾਰਡਸ ਨਹੀਂ ਰੱਖਣੇ, ਬਹੁਤ ਜ਼ਿਆਦਾ ਕ੍ਰੈਡਿਟ ਕਾਰਡਸ ਵੀ ਨਹੀਂ ਰੱਖਣੇ ਚਾਹੀਦੇ ਨੇ। 2-3 ਇਜ਼ ਇਨਫ। 2-3 ਇਜ਼ ਇਨਫ, ਯੈਸ। ਓਕੇ, ਨਾਓ ਕ੍ਰੈਡਿਟ ਲਾਈਨ ਇਨਕਲੂਡ ਅਗਰ ਚਲੋ ਤੁਹਾਡਾ ਕਾਰ ਲੋਨ ਹੈ ਜਾਂ ਤੁਹਾਡਾ I don't know student loan ਹੈ, there are other loans also, ਕਿਉਂਕਿ ਅਗਰ ਤੁਹਾਡੇ ਕੋਲ ਉਹ ਵੀ ਨੇ ਤੇ ਆਲਰੇਡੀ ਤੁਹਾਡਾ ਡੈਟ ਵਧਿਆ ਹੋਇਆ ਤੇ ਤੁਸੀਂ ਲਿਮਿਟਿਡ ਰੱਖੋ ਕ੍ਰੈਡਿਟ ਕਾਰਡ। ਪਰ ਜਿੰਨਾ ਪੇ ਡਾਊਨ ਜ਼ਿਆਦਾ ਕਰੋਗੇ, ਮਿਨੀਮਮ ਨਾ ਕਰੋ, ਜ਼ਿਆਦਾ ਤੋਂ ਜ਼ਿਆਦਾ ਪੇ ਡਾਊਨ ਕਰੋ, ਉਹਨਾਂ ਤੁਹਾਡਾ ਸਕੋਰ ਨੂੰ ਹੈਲਪ ਕਰਦਾ। ਐਂਡ ਡੈਫੀਨੇਟਲੀ ਯੂ ਹੈਵ ਟੂ ਰਿਮੇਨ ਔਨ ਟਾਈਮ, ਔਰ ਅਗਰ ਜਲਦੀ ਟਾਈਮ ਤੋਂ ਪਹਿਲੇ ਵੀ ਤੁਸੀਂ ਪੇ ਕਰ ਦਿਓ ਤੇ ਹੋਰ ਅੱਛੀ ਗੱਲ ਹੈ, ਇਟ ਹੈਲਪਸ ਵਿਦ ਦ ਕ੍ਰੈਡਿਟ ਸਕੋਰ। ਠੀਕ ਹੈ, ਇਹ ਤਾਂ ਰਹੀ ਤੁਹਾਡੀ ਬਿਜ਼ਨਸ ਦੀ ਗੱਲ, ਲੇਕਿਨ ਇਸ ਨਾਲ ਹੀ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਕਿਉਂਕਿ ਬਹੁਤ ਸਾਰੇ ਯੰਗਸਟਰਸ ਜਿਹੜੇ ਨੇ, ਯੂਥ ਜਿਹੜਾ ਹੈ ਅੱਜ ਉਸ ਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਸੈਟਲ ਹੋਣਾ, ਕਿਵੇਂ ਰੀਅਲ ਐਸਟੇਟ ਦੀ ਦੁਨੀਆ 'ਚ ਕਦਮ ਰੱਖਣਾ ਹੈ। ਤੁਸੀਂ ਉਹਨਾਂ ਨੂੰ ਕਿਵੇਂ ਗਾਈਡ ਕਰੋਗੇ? ਵੈਲ, ਰੀਅਲ ਐਸਟੇਟ ਦੀ ਕਦਮ ਰੱਖਣ ਲਈ ਤੇ ਜ਼ਰੂਰੀ ਨਹੀਂ ਹੈ ਤੁਹਾਨੂੰ ਬਹੁਤ ਸਾਰਾ ਕੁਛ ਇਹਦੇ ਵਿੱਚ ਹਾਰਡ ਕੋਰ ਫਾਰਮੂਲਾ ਹੈ ਜਾਂ ਕੋਈ ਸਾਇੰਸ ਹੈਗੀ ਹੈ। ਤੁਸੀਂ ਰਾਈਟ ਏਜੰਟ, ਰਾਈਟ ਗਾਈਡੈਂਸ ਦੇ ਨਾਲ ਤੁਸੀਂ ਇੱਕ ਤੇ ਚੱਲ ਸਕਦੇ ਹੋ। ਦੂਜਾ, ਤੁਸੀਂ ਥੋੜੀ ਆਪਣੀ ਸਟੱਡੀ ਕਰੋ ਕਿ ਅਗਰ ਤੁਸੀਂ ਰੀਅਲੀ ਇਜ਼ ਦਿਸ ਸਮਥਿੰਗ ਫॉर ਯੂ ਦੈਟ ਯੂ ਆਰ ਲੁਕਿੰਗ ਟੂ, ਤੁਹਾਡਾ ਲੌਂਗ ਟਰਮ ਕੀ ਗੋਲ ਹੈ। ਤੁਸੀਂ ਮਤਲਬ ਰੀਅਲ ਐਸਟੇਟ ਆਪਣੀ ਐਜ਼ ਅ ਇਨਵੈਸਟਮੈਂਟਸ ਦੇ ਵਿੱਚ ਜਾਣਾ ਹੈ ਜਾਂ ਤੁਸੀਂ ਸਿਰਫ ਘਰ ਲੈਣਾ ਹੈ ਐਂਡ ਤੁਹਾਡੀ ਅਗਰ ਆਪਣਾ ਪ੍ਰੋਫੈਸ਼ਨਲ ਲਾਈਫ ਹੈ ਤੁਸੀਂ ਉੱਥੇ ਕੰਸਨਟਰੇਟ ਕਰਨਾ ਹੈ। ਪਹਿਲੇ ਤੇ ਉਹ ਗੱਲ ਡਿਫਰੈਂਸ ਕਰਦੀ ਹੈ ਕਿ ਅਗਰ ਕਿਸੇ ਦਾ ਕਰੀਅਰ ਡਿਫਰੈਂਟ ਲਾਈਨ 'ਚ ਸੈੱਟ ਹੈ, ਉਹਨੂੰ ਸਿਰਫ ਆਪਣੇ ਰਹਿਣ ਲਈ ਘਰ ਲੈਣਾ ਹੈ, ਇਫ ਹੀ ਇਜ਼ ਓਕੇ ਵਿਦ ਦੈਟ, ਉਹ ਵੀ ਠੀਕ ਹੈ ਉਹਦੇ ਲਈ। ਲੇਕਿਨ ਕਿਸੇ ਨੂੰ ਰੀਅਲ ਐਸਟੇਟ ਦੇ ਵਿੱਚ ਚਾਹੇ ਕਰੀਅਰ ਬਣਾਉਣਾ ਹੈ ਜਾਂ ਉਹਦੇ ਵਿੱਚ ਗਰੋ ਕਰਨਾ ਹੈ, ਦੈਨ ਡੈਫੀਨੇਟਲੀ ਰੀਅਲ ਐਸਟੇਟ ਇਨਵੈਸਟਮੈਂਟ ਔਰ ਰੀਅਲ ਐਸਟੇਟ ਕਿਸੇ ਤੋਂ ਗਾਈਡੈਂਸ ਲੈ ਕੇ ਉਹਨੂੰ ਵਧਣਾ ਬਹੁਤ ਅੱਛੀ ਗੱਲ ਹੈ, ਨਾ ਕਰਨਾ ਵੀ ਚਾਹੀਦਾ ਫॉर ਯੰਗਸਟਰਸ ਨੂੰ। ਠੀਕ ਹੈ, ਪਰ ਬਹੁਤ ਸਾਰੇ ਯੰਗਸਟਰਸ NRI ਭਰਾਵਾਂ ਦੀ ਤਰੱਕੀ ਦੇਖ ਕੇ ਪੰਜਾਬ ਤੋਂ ਜਾਂ ਕਹਿ ਲਓ ਕਿ ਇੰਡੀਆ ਤੋਂ ਇੱਥੇ ਆਉਂਦੇ ਨੇ ਔਰ ਉਹਨਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਡਾਲਰ ਪਾਉਂਡ ਜਿਹੜੀ ਚਮਕ ਹੈ ਉਹਨਾਂ ਕੋਲ ਪਹੁੰਚ ਜਾਏਗੀ। ਕੀ ਵਾਕਈ ਇੰਨਾ ਸੌਖਾ ਹੈ ਇੱਥੇ ਡਾਲਰ ਕਮਾਉਣਾ?
not necessarily ਨਹੀਂ ਹੈ, ਇੰਨਾ ਸੌਖਾ ਨਹੀਂ ਹੈ। ਕਿਉਂਕਿ ਤੁਸੀਂ ਖੁਦ ਦਿੱਲੀ ਤੋਂ ਇੱਥੇ ਮਾਈਗ੍ਰੇਟ ਹੋਏ ਹੋ, ਹਾਂਜੀ। ਤੁਹਾਨੂੰ ਕਿੰਨਾ ਟਾਈਮ ਲੱਗਿਆ ਇੱਥੇ ਸੈਟਲ ਹੋਣ ਵਿੱਚ? ਮੈਨੂੰ ਬਹੁਤ ਟਾਈਮ ਲੱਗਿਆ, ਮੇਰੇ ਤੇ ਹਾਰਡਸ਼ਿਪ ਬਹੁਤ ਜ਼ਿਆਦਾ ਸਨ। I had to face lot of challenges ਜੀ। and like I said ਕਿ ਮੈਨੂੰ ਗਾਈਡੈਂਸ ਗਲਤ ਮਿਲੀ ਸੀ, ਮੈਂ ਕਾਫੀ ਡਾਊਨਫਾਲ ਦੇਖਿਆ ਹੈਗਾ। ਜੀ। ਆਫਟਰ ਆਲ ਦੈਟ ਸਟਰਗਲਸ ਮੈਨੂੰ ਜਦੋਂ ਕਿਸੇ ਨੇ ਕਿਹਾ ਤੂੰ ਆਪ ਕਰਕੇ ਦੇਖ ਲੈ ਜੇ ਤੈਨੂੰ ਸਮਝ ਆਉਂਦੀ ਹੈ, ਤੇ ਮੈਂ ਉਹੀ ਲੈਸਨ ਨੂੰ ਇੰਸਪੀਰੇਸ਼ਨ ਲੈ ਕੇ ਅੱਗੇ ਵਧਿਆ ਵਾਂ। ਤੇ ਮੈਂ ਆਪਣੇ ਜਿਹੜੀ ਕਹਿੰਦੇ ਨੇ ਨਾ ਡਿਸਗਾਈਜ਼ ਨੂੰ ਬਲੈਸਿੰਗ ਲੈ ਕੇ ਮੈਂ ਸਟੱਡੀ ਕੀਤੀ, ਆਪਣਾ ਰੀਅਲ ਏਸਟੇਟ 'ਚ ਗਿਆ, ਲੋਕਾਂ ਦਾ ਐਕਸਪੀਰੀਅੰਸ ਦਿੱਤਾ, ਤੇ ਮੈਂ ਲੋਕਾਂ ਨੂੰ ਸਰਵਿਸ ਦਿੱਤੀ ਵਿਦ ਹਾਰਡ ਵਰਕ ਐਂਡ ਓਨੈਸਟੀ ਵਿਚ ਇਜ਼ ਵੈਰੀ ਇੰਪੋਰਟੈਂਟ। ਸੋ ਮੇਰਾ ਗੋਲ ਇਹ ਰਿਹਾ ਕਿ ਹਾਰਡ ਵਰਕ ਕਰਨਾ, ਓਨੈਸਟੀ ਐਂਡ ਬੀਇੰਗ ਹੰਬਲ। ਤੇ ਮੈਂ ਉਹ ਆਪਣੀ ਜਿਹੜਾ ਆਪਣਾ ਗੋਲ ਬਣਾ ਕੇ, ਜਿਹੜਾ ਮੇਰਾ ਆਪਣਾ ਇਮੇਜ ਬਣਾ ਕੇ, ਮੈਂ ਉਹਦੇ ਵਿੱਚ ਸਟੱਡੀ ਕਰਕੇ ਮੈਂ ਲੋਕਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਕਲਾਇੰਟਸ ਨੂੰ ਕਿਹਾ ਕਿ ਵੀ ਮੈਂ ਤੁਹਾਨੂੰ ਲੈ ਕੇ ਦੇਣਾ ਵਾ ਰੀਅਲ ਏਸਟੇਟ, ਤੁਹਾਨੂੰ ਰਿਟਰਨ ਵੀ ਦੇਵਾਂਗਾ। ਐਂਡ ਇੱਕ ਤੋਂ ਬਾਅਦ ਇਸ ਤਰ੍ਹਾਂ ਆਹਿਸਤਾ ਮੇਰੇ ਕਲਾਇੰਟ ਸੈਟਿਸਫਾਈ ਹੋਏ, ਉਹਨਾਂ ਨੇ ਅੱਗੇ ਰੈਫਰਲ ਦਿੱਤੇ, ਫਿਰ ਮੈਂ ਆਪਣੀ ਇਨਵੈਸਟਮੈਂਟਸ ਵੀ ਐਡ ਆਨ ਸ਼ੁਰੂ ਕੀਤੀਆਂ। ਐਂਡ ਦੈਟਸ ਹਾਊ ਆਈ ਗਰੂ ਮਾਈ ਕਰੀਅਰ ਓਵਰ ਦ course of last 10 years. And I feel good and thankful to Babaji that what he brought me today. And I always want to be humble and kind. And I'm happy I love to teach other people what I have been through and what they can take a lesson from me without having to go through all what I have seen it. So as far as youngster ਨੂੰ ਕਰਨਾ ਚਾਹੀਦਾ, ਉਹਨਾਂ ਨੂੰ ਅੱਛੀ ਗਾਈਡੈਂਸ ਲੈ ਕੇ ਸਹੀ ਜਗ੍ਹਾ ਤੇ ਇਨਵੈਸਟ, ਸਹੀ ਬੰਦੇ ਨਾਲ ਕਨੈਕਟ ਹੋ ਕੇ ਤੇ ਆਪਣੀ ਸਟੱਡੀ ਕਰਕੇ ਐਂਡ ਸਲੋ ਐਂਡ ਸਟੱਡੀ ਹੀ ਚੱਲਦਾ ਹੈ। ਰੀਅਲ ਏਸਟੇਟ ਇਜ਼ ਨਾਟ ਅ ਓਵਰਨਾਈਟ ਸਕਸੈਸ, ਓਵਰਨਾਈਟ ਰਿਚ ਵਾਲੀ ਸਕੀਮ ਨਹੀਂ ਹੈ। ਇਟਸ ਅ ਲੌਂਗ ਟਰਮ ਪ੍ਰੋਸੈਸ, ਇਟਸ ਅ ਵੈਲਥ ਬਿਲਡਿੰਗ ਪ੍ਰੋਸੈਸ। ਸੋ ਅਗਰ ਤੁਸੀਂ ਓਵਰਨਾਈਟ ਰਿਚ ਹੋਣਾ ਹੈ, ਆਈ ਡੋਂਟ ਥਿੰਕ ਇਟਸ ਫॉर ਯੂ, ਬਟ ਇਫ ਯੂ ਵਾਂਟ ਟੂ ਬੀ ਵੈਲਦੀ ਓਵਰ ਦ ਕੋਰਸ ਆਫ ਈਅਰਸ, ਦਿਸ ਇਜ਼ ਫॉर ਯੂ। ਠੀਕ ਹੈ, ਪਰ ਨਾਲ ਦੀ ਨਾਲ ਇਹ ਗੱਲ ਵੀ ਅਸੀਂ ਇਸ ਨੂੰ ਅੱਖਾਂ ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਬਹੁਤ ਸਾਰੇ ਬੱਚੇ ਇੱਥੇ ਆ ਕੇ ਸੈਟਲ ਤਾਂ ਹੁੰਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜੇਕਰ ਵੀਜ਼ਾ ਲੱਗ ਜਾਂਦਾ ਤਾਂ ਬਹੁਤ ਚੰਗੀ ਗੱਲ। ਅਗਰ ਵੀਜ਼ਾ ਨਹੀਂ ਵੀ ਲੱਗਦਾ ਤਾਂ ਉਹ ਵੀ ਮਤਲਬ ਏਜੰਟਸ ਨੂੰ 50 ਲੱਖ ਰੁਪਏ ਦੇ ਕੇ ਡੰਕੀ ਤਰੀਕੇ ਨਾਲ ਇੱਥੇ ਆਉਣ ਦੀ ਕੋਸ਼ਿਸ਼ ਕਰਦੇ ਨੇ। ਕੀ ਇਹ ਤਰੀਕਾ ਸਹੀ ਹੈ? ਨਹੀਂ, ਆਈ ਵੁੱਡ ਨਾਟ ਰਿਕਮੈਂਡ ਦੈਟ ਥਿੰਗ। ਜੀ ਯਾ ਮਤਲਬ ਆਈ ਅੰਡਰਸਟੈਂਡ ਬਹੁਤ ਆਪਣੇ ਪੰਜਾਬੀ ਆਪਣੇ ਬ੍ਰਦਰ ਸਿਸਟਰ ਸਭ ਨੂੰ ਚੈਲੰਜਸ ਆ ਰਹੇ ਨੇ, ਇੰਡੀਆ ਵੀ ਆਪਣੀ ਸਟਰਗਲਸ ਨੇ ਹਰ, ਪਰ ਆਈ ਡੋਂਟ ਥਿੰਕ ਕਿ ਅਮਰੀਕਾ ਇਜ਼ ਆਲ ਲਾਈਕ ਫੁੱਲ ਆਫ ਰੋਜ਼ਸ। ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ, ਇੱਥੇ ਵੀ ਹਾਰਡ ਵਰਕ ਔਰ ਓਨੈਸਟੀ ਦੀ ਬਹੁਤ ਲੋੜ ਹੈ। ਐਂਡ ਇੱਥੇ ਦੇ ਆਪਣੇ ਚੈਲੰਜਸ ਨੇ। ਤੁਸੀਂ ਅਨਲੈਸ ਯੂ ਆਰ ਵੈਰੀ ਮੱਚ ਲੱਕੀ ਔਰ ਵੈਰੀ ਮੱਚ ਗਿਫਟਿਡ ਕਿ ਤੁਹਾਨੂੰ ਕੁਝ ਸਕਸੈਸ ਮਿਲ ਜਾਏ ਓਵਰਨਾਈਟ, ਨਹੀਂ ਤੇ ਇੱਥੇ ਦੀ ਵੀ ਜਰਨੀ ਈਜ਼ੀ ਨਹੀਂ ਹੈ। ਇੱਥੇ ਬੰਦਾ ਉੱਠਦਾ ਵੀ ਹੈ ਤੇ ਗਿਰਦਾ ਵੀ ਹੈ ਇੱਕਦਮ, ਤੇ ਇਹ ਬਹੁਤ ਵੱਡੀ ਚੀਜ਼ ਹਮੇਸ਼ਾ ਦਿਮਾਗ 'ਚ ਲੈ ਕੇ ਚੱਲਣੀ ਪੈਂਦੀ ਹੈ। ਪਲੱਸ ਇੱਥੇ ਦੇ ਲਾਜ਼ ਐਂਡ ਆਰਡਰ ਰੈਗੂਲੇਸ਼ਨਸ ਆਰ ਵੈਰੀ ਇੰਪੋਰਟੈਂਟ ਟੂ ਫੋਲੋ। ਤੁਸੀਂ ਆਈ ਮੀਨ ਬੈਕ ਹੋਮ ਬਹੁਤ ਚੀਜ਼ਾਂ ਅਸੀਂ ਫ੍ਰੀ ਵਿਲ 'ਚ ਕਰ ਦੇਈਦੀਆਂ, ਬਹੁਤ ਚੀਜ਼ਾਂ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਹਾਂ। ਇੱਥੇ ਸਾਨੂੰ ਰੈਗੂਲੇਸ਼ਨਸ ਨੂੰ ਫੋਲੋ ਕਰੀਏ, ਲਾਅ ਐਂਡ ਆਰਡਰ ਨੂੰ ਫੋਲੋ ਕਰੀਏ, ਇੰਪੋਰਟੈਂਟ ਹੈ, ਅਪ ਟੂ ਡੇਟ ਰੱਖੀਏ ਵਿਦ ਗਾਈਡਲਾਈਨਸ, ਲਾਇਸੈਂਸਿਸ। that keeps you going and that's what the key thing to grow in the business. ਬਿਲਕੁਲ ਠੀਕ ਹੈ। ਹੁਣ ਆਖਰੀ ਜਾਂਦੇ ਜਾਂਦੇ ਜ਼ਰੂਰ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਆਖਿਰ ਅਗਰ ਉਹ ਰੀਅਲ ਏਸਟੇਟ ਯੂਐਸਏ ਕੋਲ ਆਉਂਦੇ ਹੈ ਤਾਂ ਉਹਨਾਂ ਨੂੰ ਕੀ ਬੈਨੀਫਿਟ ਮਿਲੇਗਾ, ਕਿਉਂ ਉਹ ਰੀਅਲ ਏਸਟੇਟ ਯੂਐਸਏ ਨੂੰ ਸਭ ਤੋਂ ਪਹਿਲੀ ਆਪਣੀ ਪ੍ਰੈਫਰੈਂਸ ਹੈ? Well, real estate USA ਨੂੰ benefit ਮਿਲਣ ਦੇ of course I would definitely say ਕਿ ਅਸੀਂ ਬਹੁਤ honesty, ਬਹੁਤ ਹਾਰਡ ਵਰਕ ਨਾਲ ਇੱਥੇ ਪਹੁੰਚੇ ਹਾਂ, ਗਰੋ ਕੀਤਾ ਹੈ। ਐਂਡ ਅਸੀਂ ਆਪਣੇ ਕਲਾਇੰਟਸ ਨੂੰ, ਆਪਣੇ ਔਨ ਕਮਿੰਗ ਪੋਟੈਂਸ਼ੀਅਲ ਕਲਾਇੰਟਸ, ਔਰ ਅਸੀਂ ਇਹ ਕਹਾਂਗੇ ਕਿ ਵੀ ਐਕਚੁਅਲੀ ਵਰਕ ਵੈਰੀ ਹਾਰਡ ਫॉर ਆਵਰ ਬਿਜ਼ਨਸ ਐਂਡ ਆਲਸੋ ਵੀ tend to give the best and right guidance. We don't ਅਸੀਂ ਕਿਸੇ ਨੂੰ overnight rich ਸਕੀਮ 'ਚ ਨਹੀਂ ਦੱਸਦੇ, ਅਸੀਂ ਸਿਰਫ ਸਿੰਪਲ ਸਟ੍ਰੈਟਜੀ ਬਈ ਕੀ ਪ੍ਰੋਜ਼ ਐਂਡ ਕੌਨਸ ਨੇ, ਤੁਸੀਂ ਰੀਅਲ ਏਸਟੇਟ ਲੈਣੀ ਹੈ ਤੇ ਤੁਸੀਂ ਉਹਦੇ ਵਿੱਚ ਕੀ ਰਿਟਰਨਸ ਨੇ, ਅਸੀਂ ਪੂਰੀ ਗਾਈਡ ਕਰਦੇ ਹਾਂ। ਰਿਟਰਨਸ ਔਨ ਇਨਵੈਸਟਮੈਂਟ, ਇਟਸ ROI ਔਰ ਕੈਪ ਰੇਟਸ ਕੀ ਮਿਲਦੇ ਨੇ ਜਿੱਦਾਂ ਤੁਸੀਂ ਇਨਵੈਸਟ ਕਰਦੇ ਹੋ ਰੀਅਲ ਏਸਟੇਟ ਦੇ ਵਿੱਚ, ਤੇ ਲੌਂਗ ਟਰਮ ਗੋਲ ਕੀ ਨੇ, ਪੋਟੈਂਸ਼ੀਅਲ ਕੀ ਨੇ, ਪ੍ਰੋਜ਼ ਐਂਡ ਕੌਨਸ ਕੀ ਹੈ, ਕਿ ਬਈ ਵਾਈ ਡੂ ਯੂ ਇਨਵੈਸਟਡ, ਵਾਟ ਆਰ ਦ ਬੈਨੀਫਿਟਸ ਫਰਮ ਟੈਕਸਸ, ਡੈਪਰੀਸ਼ੀਏਸ਼ਨ ਐਂਡ ਐਨੀ ਅਦਰ ਐਪਰੀਸ਼ੀਏਸ਼ਨ ਔਰ ਵੈਲਿਊ ਗਰੋਥ, ਵਰਸਸ ਨਾ ਤੁਸੀਂ ਓਨ ਕਰੋਗੇ ਨਹੀਂ ਲਓਗੇ, what are you losing? So we give very honest, genuine and right guidance. We work with you. ਅਸੀਂ ਤੁਹਾਡੇ ਨਾਲ ਕੰਮ ਕਰਦੇ ਹਾਂ। ਅਸੀਂ every day ਸਾਡੀ ਟੀਮ ਹੈਗੀ ਹੈ, ਸਾਡੇ ਕੋਲ ਕੰਟਰੈਕਟਰ ਦੀ ਟੀਮ ਹੈ, ਸਾਡੇ ਕੋਲ ਆਪਣੀ ਕੰਪਨੀ ਦੀ ਟੀਮ ਹੈ। We work like day to day with our people and grow them well and actually build wealth for our clients. This is our goal. ਬਿਲਕੁਲ ਠੀਕ ਹੈ। ਔਰ ਜਾਂਦੇ ਜਾਂਦੇ ਆਪਣਾ ਫੋਨ ਨੰਬਰ ਜ਼ਰੂਰ ਦੱਸੋ ਤਾਂ ਕਿ ਲੋਕ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰ ਸਕਣ। Yes, ਮੇਰਾ ਫੋਨ ਨੰਬਰ ਹੈਗਾ 240-893-1047
Again, I repeat 240-893-1047. And मेरी email है realestateusallc123@gmail.com. ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਸਾਡੇ ਨਾਲ ਆਪਣਾ ਸਮਾਂ ਦੇਣ ਦੇ ਲਈ ਔਰ ਸਾਨੂੰ ਪੂਰੀ ਗਾਈਡੈਂਸ ਦੇਣ ਦੇ ਲਈ, ਕਿਉਂਕਿ ਅੱਜ ਦੇ ਸਮੇਂ ਬਹੁਤ ਜ਼ਰੂਰੀ ਹੈ ਸਹੀ ਗਾਈਡੈਂਸ ਦਾ ਹੋਣਾ, ਕਿਉਂਕਿ ਸਾਡੇ ਕੋਲ ਲੋਕ ਬਹੁਤ ਨੇ ਲੇਕਿਨ ਗਾਈਡੈਂਸ ਬਹੁਤ ਜ਼ਰੂਰੀ ਹੈ। हाँ जी, श्योर, माई प्लेजर है मेरा भी। आई विल बी हैप्पी टू हेल्प एनीबडी लुकिंग टू ग्रो एंड ग्रो देयर वेल्थ। है मेरा प्रिविलेज होएगी मैं उन्होंने हेल्प कर सका। ਬਿਲਕੁਲ। ਔਰ ਇਹ ਨੇ ਸਰਦਾਰ ਗੁਰਪ੍ਰੀਤ ਹੈਮੀ ਸਿੰਘ, ਪ੍ਰੈਜ਼ੀਡੈਂਟ ਰੀਅਲ ਐਸਟੇਟ USA, ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਐਸੀਆਂ ਦੱਸੀਆਂ ਨੇ ਜੋ ਵਾਕਈ ਅੱਜ ਦੇ ਸਮੇਂ ਜਾਣਨੀਆਂ ਬਹੁਤ ਜ਼ਰੂਰੀ ਨੇ। ਫਿਰ ਭਾਵੇਂ ਤੁਸੀਂ ਫਸਟ ਟਾਈਮ ਬਾਇਰ ਹੋ, ਫਿਰ ਚਾਹੇ ਤੁਸੀਂ ਆਪਣਾ ਕ੍ਰੈਡਿਟ ਸਕੋਰ ਦੀ ਗੱਲ ਕਰੋ, ਜਾਂ ਫਿਰ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਰੈਜ਼ੀਡੈਂਸ਼ੀਅਲ ਏਰੀਆ 'ਚ ਜਾਣਾ ਹੈ ਜਾਂ ਕਮਰਸ਼ੀਅਲ ਏਰੀਆ 'ਚ ਜਾਣਾ ਹੈ, ਤਾਂ ਰੀਅਲ ਐਸਟੇਟ USA ਹਮੇਸ਼ਾ ਤੁਹਾਡੇ ਲਈ ਖੜਾ ਹੈ। ਬਿਲਕੁਲ ਠੀਕ ਹੈ ਜੀ। हाँ जी, ਸੋ बिल्कुल। ਇਹ ਸਨ ਸਾਡੇ ਅੱਜ ਦੇ ਸਿੱਖ ਹਾਈਫਲਾਰ ਸਰਦਾਰ ਗੁਰਪ੍ਰੀਤ ਹੈਮੀ ਸਿੰਘ। ਅਗਲੇ ਹਫ਼ਤੇ ਖੁਸ਼ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਬਲੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।